ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਪਹਿਲਾ। ਬਾਬਾ ਰੋਵਹਿ ਰਵਹਿ ਸੋ ਜਾਣੀਐ, ਮਿਲ ਰੋਵੈ ਗੁਣ ਸਾਰੀਵਾ। ਬਾਬਾ ਰੋਵਹਿ ਰਵਹਿ ਸੋ ਜਾਣੀਐ, ਮਿਲ ਰੋਵੈ ਗੁਣ ਸਾਰੀਵਾ। ਰੋਵੈ ਮਾਇਆ ਮੁਠੜੀ, ਧੰਦੜਾ ਰੋਵਣ ਹਾਰੀਵਾ। ਧੰਦਾ ਰੋਵੈ ਮੈਲ ਨਾ ਧੋਵੈ, ਸੁਪਨੰਤਰ ਸੰਸਾਰੋ। ਜਿਉ ਬਾਜੀਗਰ ਭਰਮੈ ਭੁੱਲੈ, ਝੂਠ ਮੁੱਠੀ ਅਹੰਕਾਰੋ। ਆਪੇ ਮਾਰਗ ਪਾਵਨ ਹਾਰਾ, ਆਪੇ ਕਰਮ ਕਮਾਏ। ਨਾਮ ਰਤੇ ਗੁਰ ਪੂਰੈ ਰਾਖੇ, ਨਾਨਕ ਸਹਿਜ ਸੁਭਾਏ। ਆਪੇ ਮਾਰਗ ਪਾਵਨ ਹਾਰਾ, ਆਪੇ ਕਰਮ ਕਮਾਏ। ਨਾਮ ਰਤੇ ਗੁਰ ਪੂਰੈ ਰਾਖੇ, ਨਾਨਕ ਸਹਿਜ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਹੈ। ਜਿਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀਆਂ ਬਖਸ਼ਿਸ਼ਾਂ ਦਾ ਦਰ ਖੁੱਲ੍ਹੇ ਹੈ ਤੇ ਸਾਡੇ ਵਾਸਤੇ ਇੱਕ ਉਪਦੇਸ਼ ਪ੍ਰਾਪਤ ਹੋਏ। ਉਹਦੇ ਵਿੱਚ ਇੱਕ ਗਹਿਨ ਵਿਚਾਰ ਹੈ ਤੇ ਅੱਜ ਦਾ ਵਿਚਾਰ ਮਿਲਦਾ ਨਾ, ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤਿਰ ਮਰਮ ਨ ਜਾਨਾ। ਵਿਚਾਰ ਹੈ ਇਹਦੇ 'ਚ
ਸੰਤ ਸੰਗਤ ਰਾਮ ਹਿਰਦੈ ਵਸਾਈ। ਇਸ ਤੋਂ ਬਿਨਾਂ ਬਾਕੀ ਭਾਵੇਂ ਕੋਈ ਕਿਤੇ ਪਹੁੰਚ ਜਾਏ ਤੇ ਕਿਸੇ ਵੀ ਮੰਡਲਾਂ 'ਤੇ ਕਿਸੇ ਵੀ ਲੈਵਲਾਂ 'ਤੇ ਪਹੁੰਚ ਜਾਏ, ਪਰਮਾਤਮਾ ਜੀ ਦੀ ਬਖਸ਼ਿਸ਼ਾਂ ਦਾ ਜੋ ਰਹੱਸ ਹੈ ਉਹ ਪੜਦਾ ਨਹੀਂ ਖੁੱਲ੍ਹਦਾ। ਤੇ ਉਹਦੇ ਬਾਅਦ ਦੂਜੇ ਪਾਸੇ ਸਤ ਸੰਗਤ ਹੈ, ਜੋ ਸੰਤ ਸੰਗਤ ਵਿੱਚ ਪਰਿਵਰਤਿਤ ਹੁੰਦੀ ਹੈ। ਬਸ ਉੱਥੇ ਪਹੁੰਚਦਿਆਂ ਹੀ ਉਹ ਭੇਤ ਖੁੱਲ੍ਹੇ ਹੁੰਦੇ ਨੇ। ਸਿਆਣੇ ਮੰਨਦੇ ਨੇ ਸਾਡੇ ਜਿੱਥੇ ਆਪਾਂ ਬੈਠੇ ਆ ਨਾ, ਆਪਾਂ ਸਾਧ ਸੰਗਤ ਕਹਿੰਦੇ ਹਾਂ। ਜਦੋਂ ਮਨ ਟਿਕਣ ਲੱਗ ਪੈਂਦਾ ਅਸੀਂ ਸਾਧੂ ਸੰਗਤ ਹੁੰਦੇ ਹਾਂ। ਹੌਲੀ ਹੌਲੀ ਸਾਨੂੰ ਕੁਝ ਬਲ ਮਿਲਦਾ, ਬਲ ਮਿਲਦਿਆਂ ਉਸ ਬਲ ਦੇ ਸਦਕੇ ਮਨ ਟਿਕ ਜਾਂਦਾ ਹੈ, ਅਸੀਂ ਸਾਧੂ ਰੂਪ ਹੋ ਜਾਂਦੇ ਹਾਂ। ਗੁਰਬਾਣੀ ਵਿੱਚ ਦੋ ਬਹੁਤ ਸਾਰੇ ਰੂਪ ਕੇ ਨਾ, ਸਾਧ ਸੰਗਤ ਤੱਦਾ ਮੁਕਤਾ, ਸਾਧੂ ਸੰਗਤ ਤੱਦੇ ਨੂੰ ਔਂਕੜ ਹੈ, ਫਿਰ ਸਾਧੂ ਸੰਗਤ ਹੈ ਤੱਦੇ ਨੂੰ ਦੁਲੈਂਕੜੇ ਨੇ, ਤੇ ਫਿਰ ਅੱਗੇ ਜਾ ਕੇ ਕਿਹਾ ਸੰਤ ਸੰਗਤ ਹੈ, ਫਿਰ ਉੱਪਰ ਜਾ ਕੇ ਸਤ ਸੰਗਤ ਹੈ। ਅਸੀਂ ਇਹਨਾਂ ਰਸਤਿਆਂ 'ਚੋਂ ਲੰਘਦੇ, ਜਿਵੇਂ ਕਿਸੇ ਯਾਤਰਾ ਦੇ ਕਰਦੇ ਹਾਂ ਪਲੇਟ, ਕਈ ਸਟੇਸ਼ਨ ਆਉਂਦੇ ਨੇ ਅਤੇ ਬਹੁਤ ਜੀ ਕਈਆਂ ਸਟੇਸ਼ਨਾਂ ਤੋਂ ਉਤਰ ਜਾਂਦੇ ਨੇ ਕਿ ਚੜ੍ਹ ਜਾਂਦੇ ਨੇ। ਯਾਤਰਾ 'ਚ ਇੱਦਾਂ ਹੀ ਚੱਲਦਾ। ਬਹੁਤ ਸਾਰੇ ਲੋਕ ਨੇ ਸਾਡੇ ਵਿੱਚ ਜੋ ਪਹਿਲੇ ਪੜਾਵ 'ਤੇ ਆਏ, ਸਾਧ ਸੰਗਤ ਵਿੱਚ ਆਏ, ਮੱਥਾ ਟੇਕਿਆ, ਚਲੇ ਗਏ। ਕਈ ਸਾਰੀ ਉਮਰ ਉੱਥੇ ਬੈਠੇ ਰਹਿੰਦੇ ਨੇ, ਦੂਸਰੇ ਕਈ ਸਿੱਧੇ ਆਉਂਦੇ ਹੀ ਸਾਧੂ ਸੰਗਤ ਵਿੱਚ ਨੇ। ਫਿਰ ਕੁਝ ਨੇ ਜੋ ਸਾਧੂ ਸੰਗਤ ਪ੍ਰਾਪਤ ਕਰਦੇ ਨੇ। ਇਸੇ ਤਰ੍ਹਾਂ ਕੋਈ ਸੰਤ ਸੰਗਤ ਵਿੱਚ ਆਉਂਦੇ ਨੇ, ਸੰਗਤ ਟਿਕਦੇ ਨੇ, ਪਰ ਉੱਥੋਂ ਉਤਰ ਜਾਂਦੇ ਨੇ। ਪਰ ਉਤਰਾ ਵੀ ਨਹੀਂ, ਕੁਝ ਸਤ ਸੰਗਤ ਕਰ ਲੈਂਦੇ ਨੇ, ਉਹ ਸਤ ਸੰਗੀ ਹੋ ਜਾਂਦੇ ਨੇ। ਅੱਜ ਸੰਤ ਸੰਗਤ ਦੀ ਗੱਲ ਕੀਤੀ। ਸੰਤ ਸੰਗਤ ਵਿੱਚ ਆ ਕੇ ਕੀ ਹੁੰਦਾ ਹੈ, ਰਾਮ ਹਿਰਦੇ 'ਚ ਆ ਕੇ ਵਸ ਜਾਂਦਾ ਹੈ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਸਾਹਿਬ ਜੀ ਨੇ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਦੱਸਿਆ ਨਾ, ਬੜੀ ਵੱਡੀ ਮਹਿਮਾ ਸਾਧੂ ਸੰਗਤ ਦੀ। ਗੁਰਦੇਵ ਕਿਰਪਾ ਕਰਨ ਅਸੀਂ ਇਸ ਵਿਚਾਰ ਨੂੰ ਪ੍ਰਾਪਤ ਕਰ ਸਕੀਏ ਕਿ ਜੀਵਨ ਦੀ ਤਰੱਕੀ ਸਾਧੂ ਸੰਗਤ ਸਦਕੀ ਹੈ। ਅਤੇ ਸੰਤ ਸੰਗਤ ਦਾ ਮੁਕਾਮ ਹਾਸਲ ਹੋ ਗਿਆ। ਜਿਵੇਂ ਪੜ੍ਹਦਿਆਂ ਪ੍ਰਾਇਮਰੀ 'ਚ ਆਏ, ਮਿਡਲ 'ਚ ਆਏ, ਸੈਕੰਡਰੀ 'ਚ ਆਏ, ਕਾਲਜ ਗਏ, ਮਾਸਟਰਸ ਕਰ ਲਈਆਂ, ਅਤੇ ਪਰ ਇੱਕ ਵਾਰ ਮਾਸਟਰ 'ਚ ਪਹੁੰਚ ਕੇ ਫਿਰ ਤੁਹਾਡਾ ਇੱਕ ਲੈਵਲ ਮੇਨਟੇਨ ਹੋ ਜਾਂਦਾ ਹੈ। ਫਿਰ ਤੁਹਾਡੀ ਡਿਗਰੀ ਨੂੰ ਯੂਨੀਵਰਸ ਸਵੀਕਾਰ ਕਰਨ ਲੱਗ ਪੈਂਦਾ। ਇਸ ਤੋਂ ਪਹਿਲਾਂ ਨਹੀਂ ਕਰਦਾ। ਇਸ ਤੋਂ ਪਹਿਲਾਂ ਕਹਿੰਦਾ ਨਹੀਂ ਜੀ ਦੁਬਾਰਾ ਐਗਜ਼ਾਮ ਦਿਓ, ਸਾਡੇ ਸਟੇਟ ਦਾ ਅਲੱਗ ਹੈ, ਸਾਡੇ ਦੇਸ਼ ਦਾ ਅਲੱਗ ਹੈ। ਪਰ ਜਦੋਂ ਤੁਸੀਂ ਕਿਸੇ ਯੂਨੀਵਰਸਿਟੀ 'ਚੋਂ ਪਾਸ ਹੁੰਦੇ ਹੋ, ਫਿਰ ਯੂਨੀਵਰਸ ਮੰਨਦਾ ਹੈ ਨਹੀਂ ਤੁਸੀਂ ਡਿਗਰੀ ਲੈ ਕੇ ਆਏ ਹੋ। ਇਸੇ ਤਰ੍ਹਾਂ ਜਦੋਂ ਅਸੀਂ ਸਾਧੂ ਸੰਗਤ ਤੋਂ ਉੱਪਰਲੇ ਲੈਵਲਾਂ 'ਤੇ ਪਹੁੰਚਦੇ ਹਾਂ, ਸੰਤ ਸੰਗਤ ਉਹ ਯੂਨੀਵਰਸ ਹੈ, ਉਸ ਨੂੰ ਫਿਰ ਸਾਰੇ ਮੰਨਦੇ ਨੇ। ਗੁਰਦੇਵ ਕਿਰਪਾ ਕਰਨ ਅਸੀਂ ਇਹਨਾਂ ਗੱਲਾਂ ਨੂੰ ਸਮਝੀਏ। ਵਿਚਾਰ ਮਿਲਦਾ ਇੱਦਾਂ, ਇਸ ਵਿਚਾਰ ਦੇ ਨਾਲ ਅਸਾਂ ਕਰਨਾ ਕੀ ਹੈ। ਵਿਚਾਰ ਤਾਂ ਬਹੁਤ ਵੱਡਾ ਮਿਲ ਗਿਆ ਸੰਤ ਸੰਗਤ ਦਾ। ਹੁਣ ਸੰਤ ਸੰਗਤ ਵਿੱਚ ਜਾ ਕੇ ਜ਼ਿੰਦਗੀ ਦੇ ਬਾਬਤ ਕੀ ਸਮਝ ਆਉਣੀ ਚਾਹੀਦੀ ਹੈ। ਮੰਨ ਲਿਆ ਅਸੀਂ ਕਿਸੇ ਨੂੰ ਕਹੀਏ ਵੀ ਫਲਾਣਾ ਬੱਚਾ ਦੇਖੋ ਜੀ ਮਾਸਟਰ ਕਰ ਰਿਹਾ, ਠੀਕ ਹੈ, ਅਲੱਗ-ਅਲੱਗ ਸਬਜੈਕਟ ਹੋਣਗੇ, ਪਰ ਮਾਸਟਰ ਕਰਨ ਵਾਲੇ ਬੰਦੇ ਦੀ ਇੱਕ ਸੋਚਣ ਦਾ ਤਰੀਕਾ ਅਲੱਗ ਹੁੰਦਾ ਹੈ, ਦਾ ਪੈਟਰਨ ਬਦਲ ਜਾਂਦਾ ਹੈ। ਉਹ ਪ੍ਰਾਇਮਰੀ ਦੇ ਬੰਦੇ ਵਾਂਗ ਨਹੀਂ ਸੋਚਦਾ। ਪ੍ਰਾਇਮਰੀ 'ਚ ਪੜ੍ਹਾਇਆ ਚੀਜ਼ਾਂ ਉਹੀ ਪ੍ਰਾਇਮਰੀ 'ਚ ਜਾ ਰਹੀਆਂ ਨੇ, ਪਰ ਉਹਦਾ ਸੋਚਣ ਦਾ, ਉਹਦਾ ਵੇਖਣ ਦਾ ਨਜ਼ਰੀਆ ਬਦਲ ਗਿਆ। ਇਸੇ ਤਰ੍ਹਾਂ ਜਦੋਂ ਕੋਈ ਸਤ ਸੰਗਤੀ ਹੁੰਦਾ ਸੰਤ ਸੰਗਤ ਦੇ ਸ਼ੋਅ ਪ੍ਰਾਪਤ ਕਰਦਾ ਅਤੇ ਫਿਰ ਜ਼ਿੰਦਗੀ ਦੇ ਬਾਬਤ ਤੇ ਖਾਸ ਕਰਕੇ ਇਸ ਜੀਵਨ ਦੇ ਬਾਬਤ, ਜਨਮ ਤੇ ਮੌਤ ਦੇ ਬਾਬਤ ਉਹਦਾ ਨਜ਼ਰੀਆ ਕੈਸਾ ਹੋ ਜਾਂਦਾ ਹੈ। ਫਿਰ ਗੁਰੂ ਨਾਨਕ ਕਹਿੰਦੇ ਨੇ ਐਸਾ ਹੋ ਜਾਂਦਾ। ਕਿਹੋ ਜਿਹਾ ਹੋ ਜਾਂਦਾ ਬਾਬਾ? ਕਿਹਨੂੰ ਦੱਸਣ ਲੱਗ ਪੈਂਦਾ, ਬਾਬਾ ਰੋਵਹਿ ਰਵਹਿ ਸੁਜਾਣੀ ਹੈ। ਸਾਡੇ ਤੁਹਾਡੇ ਵਰਗੇ ਆਮ ਸਧਾਰਨ ਜੀ, ਜਦੋਂ ਸਾਡੇ 'ਚੋਂ ਕੋਈ ਜੀ ਵਿਛੜਦਾ ਤੇ ਅਸੀਂ ਰੋਣ ਲੱਗ ਪੈਂਦੇ ਹਾਂ। ਸਾਡਾ ਸਭ ਤੋਂ ਵੱਡਾ ਹਥਿਆਰ ਹੀ ਹੁੰਦਾ ਨਾ,
ਜਦੋਂ ਕੋਈ ਭੈਣ ਭਰਾ ਧੀ ਪੁੱਤਰ ਕੋਈ ਵਿਛੜਦਾ ਤੇ ਅਸੀਂ ਰੋਣ ਲੱਗ ਪੈਂਦੇ ਹਾਂ, ਕਿਉਂਕਿ ਸਾਡੇ ਕੋਲ ਆਪਣੇ ਦੁੱਖ ਨੂੰ ਪ੍ਰਗਟ ਕਰਨ ਦਾ ਸਭ ਤੋਂ ਇੱਕੋ ਹੀ ਤਰੀਕਾ ਰੋਣਾ। ਔਰ ਰੋਣੇ ਨੂੰ ਅਸੀਂ ਕਿਸੇ ਭਾਸ਼ਾ 'ਚ, ਕਿਸੇ ਜਾਤੀ 'ਚ, ਕਿਸੇ ਧਰਮ 'ਚ ਬੰਨ੍ਹ ਵੀ ਨਹੀਂ ਪਾਏ। ਅੱਜ ਤੱਕ ਕੋਈ ਕਹਿ ਨਹੀਂ ਪਾਇਆ ਨਾ ਕਿ ਦੇਖੋ ਜੀ ਕਿੱਦਾਂ ਕਿਹੜੀ ਭਾਸ਼ਾ 'ਚ ਰੋਂਦਾ ਹੈ, ਕਿਉਂਕਿ ਕੁਦਰਤ ਨੇ ਇਹ ਜੋ ਆਲਾਪ ਹੈ, ਸ਼ਬਦ ਰਹਿਤ ਆਲਾਪ, ਸਾਰੇ ਮਨੁੱਖਤਾ ਨੂੰ ਲਗਭਗ ਇੱਕ ਸਮਾਨ ਦਿੱਤਾ ਹੈ। ਨਾ ਹੱਸਣਾ ਤੇ ਨਾ ਰੋਣਾ, ਇਹ 'ਚ ਸ਼ਬਦ ਨਹੀਂ ਗੇ, ਮਾਤਰਾ ਨਹੀਂ ਗੀ, ਇਸ ਕਰਕੇ ਭਾਸ਼ਾ ਦਾ ਝਗੜਾ ਹੀ ਕੋਈ ਨਹੀਂ। ਅਸੀਂ ਕਹਿ ਹੀ ਨਹੀਂ ਪਾਵਾਂਗੇ ਦੇਖੋ ਜੀ ਪੰਜਾਬੀ 'ਚ ਰੋ ਰਿਹਾ ਕਿ ਬੰਗਾਲੀ 'ਚ ਰੋ ਰਿਹਾ, ਨਹੀਂ ਰੋ ਰਿਹਾ ਹੈ। ਬੜਾ ਬੰਦਾ ਖੁਸ਼ ਰਿਹਾ, ਹੱਸ ਰਿਹਾ, ਦੇਖੋ ਜੀ ਹੱਸ ਰਿਹਾ। ਇਸੇ ਤਰ੍ਹਾਂ ਕਿਉਂਕਿ ਇਹ ਗੱਲ ਅਲਾਹਣੀਆਂ ਦੇ ਦਰਸ਼ਨ ਚੱਲ ਰਹੀ ਹੈ, ਰੋ ਰਿਹਾ ਹੈ, ਰੋਂਦੇ ਹੋਏ ਨੂੰ ਅਸੀਂ ਵੇਖ ਕੇ ਕਹਾਂਗੇ ਇਹਦਾ ਕੁਝ ਵਿਛੜ ਗਿਆ ਹੋਣਾ ਹੈ, ਇਹਦਾ ਕੁਝ ਗਵਾਚ ਗਿਆ ਹੋਣਾ ਹੈ, ਇਹਦਾ ਕੁਝ ਛੁੱਟ ਗਿਆ, ਇਕੱਲਾ ਰਹਿ ਗਿਆ ਤਾਂ ਰੋ ਰਿਹਾ ਹੈ। ਸਾਡਾ ਨਜ਼ਰੀਆ ਇੱਦਾਂ ਦਾ ਹੀ ਨਾ। ਅਸੀਂ ਜਾ ਕੇ ਅਗਰ ਥੋੜ੍ਹੇ ਬਹੁਤੇ ਚਲੋ ਹਮਦਰਦੀ ਦੀ ਹਿੰਮਤ ਕਰ ਲਵਾਂਗੇ ਤੇ ਜਾ ਕੇ ਕੀ ਕਹਾਂਗੇ, ਭਾਈ ਕੀ ਹੋਇਆ, ਕਿਉਂ ਰੋ ਰਹੇ ਹੋ? ਇੱਦਾਂ ਹੀ ਪੁੱਛਦੇ ਹਾਂ, ਭਾਈ ਕੀ ਹੋਇਆ ਜੀ, ਕਿਉਂ ਰੋ ਰਹੇ ਹੋ? ਉਹ ਆਪਣੀ ਅਗਲੀ ਗੱਲ ਦੱਸੇਗਾ। ਨਹੀਂ ਪੁੱਛਿਆ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹਦਾ ਕੁਝ ਗਵਾਚ ਗਿਆ ਹੋਣਾ ਹੈ। ਯਕੀਨਨ ਵਿਅਕਤੀ ਰੋਂਦਾ ਹੀ ਉਦੋਂ ਆ ਜਦੋਂ ਉਹਦੇ ਹੱਥ ਵਿੱਚ ਕੁਝ ਨਹੀਂ ਆ ਰਿਹਾ, ਜਿਸ ਨੂੰ ਉਹ ਚਾਹ ਰਿਹਾ ਸੀ ਉਹ ਉਹਦੇ ਤੋਂ ਛੁੱਟ ਗਿਆ ਜਾਂ ਛੁੱਟ ਰਿਹਾ ਜਾਂ ਪ੍ਰਾਪਤ ਨਹੀਂ ਹੋਇਆ। ਅਪ੍ਰਾਪਤੀ ਰੋਣ ਦਾ ਸਭ ਤੋਂ ਵੱਡਾ ਕਾਰਨ ਹੈ। ਸੰਸਾਰ ਦੇ ਬੰਦੇ ਤੇ ਉਦੋਂ ਰੋਂਦੇ ਨੇ ਜਦੋਂ ਆਪਣਾ ਕੋਈ ਵਿਛੜਦਾ ਹੈ, ਤੇ ਇਸ ਸੰਤ ਸੰਗਤ ਦਾ ਬੰਦਾ ਉਹ ਰੋ ਰਿਹਾ ਹੋਵੇ ਤੇ ਉਹਨੂੰ ਕੀ ਕਹੋਗੇ ਕਿ ਕਿਸੇ ਦੇ ਵਿਛੜ ਜਾਣ ਤੇ ਰੋ ਰਿਹਾ? ਨਹੀਂ, ਉਹ ਵੀ ਰੋ ਰਿਹਾ ਹੈ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਮੈਂ ਪਰਮਾਤਮਾ ਤੋਂ ਵਿਛੜਿਆ ਸਾਂ, ਅਜੇ ਤੱਕ ਤੇ ਮਿਲਿਆ ਨਹੀਂ। ਉਹ ਇਸ ਕਰਕੇ ਰੋ ਰਿਹਾ। ਰੋ ਦੋਨੋਂ ਰਹੇ ਨੇ। ਇੱਕ ਰੋ ਰਿਹਾ ਕਿ ਇਹ ਵਿਛੜ ਗਿਆ ਹੈ ਮੇਰੇ ਪਰਿਵਾਰ ਦਾ ਜੀ, ਇਹਨੇ ਦੁਬਾਰਾ ਮਿਲਣਾ ਨਹੀਂ। ਬੜਾ ਕੁਝ ਬਾਕੀ ਸੀ, ਗੱਲਾਂ ਬਾਤਾਂ ਕਰਨੀਆਂ ਸੀ, ਬੜੇ ਕੰਮ ਬਾਕੀ ਸੀ। ਆਪਾਂ ਕਹਿਣ ਲੱਗ ਪਏ ਨੇ ਦੇਖੋ ਜੇ ਤੇ ਬੜੀਆਂ ਜ਼ਿੰਮੇਵਾਰੀਆਂ ਬਾਕੀ ਸਨ, ਜੇ ਜ਼ਿੰਮੇਵਾਰੀ ਨਿਭਾ ਬੈਠੇ ਤੇ ਫਿਰ ਆਪਾਂ ਕਹਿਣ ਲੱਗ ਪਏ ਦੇਖੋ ਜੀ ਅਜੇ ਤੇ ਹੁਣ ਸੁੱਖ ਮਾਣਨ ਦਾ ਵਕਤ ਸੀ, ਧੀਆਂ ਪੁੱਤਰ ਸਾਰੇ ਸੈਟਲ ਹੋ ਗਏ ਨੇ, ਹੁਣ ਤੇ ਨੇ ਸੁੱਖ ਵੇਖਿਆ ਹੀ ਨਹੀਂ, ਵੇਖਣ ਦਾ ਵਕਤ ਸੀ, ਸਟਾਰ ਹੁੰਦੇ ਆ। ਭਗਤ ਰੋਂਦਾ ਹੈ ਕਿ ਅਜੇ ਤੱਕ ਮੈਂ ਇੰਨੀ ਜ਼ਿੰਦਗੀ ਜੀ ਲਈ, ਇੰਨੇ ਸਾਲ ਗੁਜ਼ਰ ਗਏ, ਅਜੇ ਤੱਕ ਮੈਂ ਕੁਝ ਖਟਿਆ ਨਹੀਂ, ਮੈਨੂੰ ਪ੍ਰਮਾਤਮਾ ਦੀ ਬਖਸ਼ਿਸ਼ ਦੁੱਚ ਅਹਿਸਾਸ ਮੈਨੂੰ ਚਾਹੀਦਾ ਮਿਲਿਆ ਨਹੀਂ। ਰੋਂਦਾ ਤੇ ਉਹ ਵੀ ਹੈ। ਸੰਤ ਸੰਗਤ ਦੇ ਨਜ਼ਰੀਏ ਦਾ ਇੱਥੇ ਰੋਂਦਾ ਹੈ, ਬਾਬਾ ਰੋਵ ਹੈ। ਫਿਰ ਕਹਿਣ ਲੱਗੇ ਬਾਬਾ ਰੋਂਦੇ ਨੇ ਲੋਕ, ਇਹ 'ਚ ਕੋਈ ਦੋ ਰਾਏ ਨਹੀਂ, ਲੇਕਿਨ ਬਾਬਾ ਕਿੱਦਾਂ ਰੋਂਦੇ ਨੇ? ਕਹਿਣ ਲੱਗੇ ਪਹਿਲੇ ਦਰਜੇ ਲੋਕ ਰਵਹਿ ਸੋ ਜਾਣੀਏ, ਪਰਮਾਤਮਾ ਦੇ ਰਮਣ ਦੇ ਸਰੂਪ ਨੂੰ, ਰਵਹਿ ਸਰੂਪ ਨੂੰ ਜਾਣਦੇ ਨੇ ਤੇ ਰੋਂਦੇ ਨੇ। ਸਤਸੰਗੀ ਰੋਂਦੇ ਨੇ। ਕਿਉਂ ਰੋਂਦੇ ਨੇ? ਮਿਲ ਰੋਵੈ, ਮਿਲ ਕੇ ਰੋਂਦੇ ਨੇ। ਜਿਵੇਂ ਪਰਿਵਾਰ ਦੇ ਜੀ ਭੈਣ ਭਰਾ ਗੱਲ ਲੱਗ ਰੋਂਦੇ ਨੇ ਇੱਕ ਦੂਜੇ ਦੇ। ਅਸੀਂ ਤੇ ਸੰਤ ਸੰਗਤਾਂ ਦੇ ਮੁਕਾਮ ਦੇਖੇ ਹੀ ਨਹੀਂ, ਕਿਉਂਕਿ ਸਾਡੇ ਅੱਜ ਕੱਲ੍ਹ ਦਾ ਸੰਦਰਭ ਹੀ ਬਦਲ ਚੁੱਕਾ, ਆਰਟੀਫਿਸ਼ਲ ਜੀ ਲਾਈਫਾਂ ਹੋ ਗਈਆਂ ਨੇ, ਕੁਝ ਗੱਲਾਂ ਬਹੁਤ ਪਿੱਛੇ ਰਹਿ ਗਈਆਂ ਨੇ। ਹੁਣ ਤੇ ਇਕੱਲਿਆਂ ਦਾ ਕੰਮ ਹੋ ਗਿਆ। ਹੁਣ ਤੇ ਪਰਿਵਾਰ ਵਿੱਚ ਕੋਈ ਗਲਵੱਕੜੀ ਪਾ ਕੇ ਨਹੀਂ ਰੋਂਦਾ ਛੇਤੀ ਕੀਤਿਆਂ। ਸਤਸੰਗਤਾਂ 'ਚ ਗਲਵੱਕੜੀ ਪਾ ਕੇ ਕਿਸੇ ਨੇ ਕੀ ਗੱਲਾਂ ਕਰਨੀਆਂ, ਪਰ ਫਿਰ ਵੀ ਮਿਲਦੇ ਨੇ। ਜਿੱਥੇ ਪ੍ਰੇਮ ਦੀਆਂ ਖੇਡਾਂ ਨੇ ਉੱਥੇ ਸੇ ਮਿਲਾਪ ਹਾਸਲ ਨੇ। ਕਹਿਣ ਲੱਗੇ ਮਿਲ ਰੋਵੈ, ਮਿਲ ਕੇ ਰੋਂਦੇ। ਕਿਉਂ ਰੋਂਦੇ ਨੇ? ਗੁਣ ਸਾਰੇ ਇੱਕ ਨਿਯਮ ਦੋਨਾਂ ਦਾ ਇੱਕੋ ਹੈ, ਗੁਣਾਂ ਨੂੰ ਚੇਤੇ ਕਰਕੇ ਰੋਂਦੇ ਨੇ। ਦੁਨੀਆਵੀ ਲੋਕ ਵੀ ਗੁਣਾਂ ਨੂੰ ਚੇਤੇ ਕਰਕੇ ਰੋਂਦੇ ਨੇ ਤੇ ਸੰਤ ਵੀ ਗੁਣਾਂ ਨੂੰ ਚੇਤੇ ਕਰਕੇ ਰੋ ਰਿਹਾ, ਗੁਰਮੁਖ ਵੀ ਗੁਣਾਂ ਨੂੰ ਚੇਤੇ ਕਰਕੇ ਰੋ ਰਿਹਾ। ਪਰ ਫਰਕ ਇਤਨਾ ਹੈ ਕਿ ਗੁਰਮੁਖ ਕਹਿ ਰਿਹਾ ਮੈਨੂੰ ਨਹੀਂ ਮਿਲੇ, हे ਪ੍ਰਭੂ ਤੇਰੇ ਇੰਨੇ ਗੁਣ, ਤੇਰੇ ਇੰਨੀਆਂ ਬਰਕਤਾਂ, ਤੇਰੀਆਂ ਬਖਸ਼ਿਸ਼ਾਂ ਮੈਂ ਮਾਣ ਨਹੀਂ ਪਾਇਆ, ਮੈਂ ਇੱਥੇ ਪਹੁੰਚ ਨਹੀਂ ਪਾਇਆ, ਤਾਂ ਰੋਣ ਲੱਗ ਪੈਂਦਾ। ਅਤੇ ਸਾਡੇ ਤੁਹਾਡੇ ਵਰਗੇ ਬਹੁਤੇ ਪਰਿਵਾਰ ਸੰਸਾਰ ਦੇ ਜੀ ਬੜਾ ਸਿਆਣਾ ਸੀ ਜੀ, ਬੜਾ ਚੰਗਾ ਸੀ ਜੀ, ਘਰ ਦੇ ਪ੍ਰਤੀ ਬੜਾ ਖਿਆਲ ਸੀ, ਪਰਿਵਾਰ ਸਾਂਭ ਕੇ ਰੱਖਿਆ ਸੀ, ਇਹੋ ਜਿਹੀਆਂ ਗੱਲਾਂ ਕਰ ਕਰਕੇ ਅਸੀਂ ਰੋਂਦੇ ਹਾਂ। ਹੁਣ ਇਹਦਾ ਅਗਲਾ ਖੁਲਾਸਾ ਗੁਰਮੁਖ ਜਨ ਰੋਂਦੇ ਨੇ। ਇੱਥੇ ਬਾਣੀ ਪੜ੍ਹਦੇ ਇੱਕ ਬੇਨਤੀ ਹੋਰ ਕਰਦੇ ਆ, ਅਸੀਂ ਸਧਾਰਨਤਾ ਯਕਦਮ ਇੱਕ ਦੂਜੇ ਨੂੰ ਕਹਿਣ ਲੱਗ ਪੈਂਦੇ ਦੇਖੋ ਜੀ ਰੋਣਾ ਨਹੀਂ ਚਾਹੀਦਾ। ਯਾਦ ਰੱਖਣਾ ਰੋਣਾ ਇੱਕ ਕੁਦਰਤੀ ਪੱਖ ਹੈ,
ਇੱਥੇ ਮਨੁੱਖ ਦੇ ਗਿਆਨ ਦਾ, ਮਨੁੱਖ ਦੀ ਮਤ ਬੁੱਧ ਦਾ ਬਲ ਜ਼ੋਰ ਨਹੀਂ ਪੈਂਦਾ। ਜਦੋਂ ਰੋਣ ਆਉਂਦਾ ਹੈ ਨਾ, ਜਦੋਂ ਉਹ ਵੇਵਸ ਵਗਦੀ ਹੈ, ਉਹ ਮਾਹੌਲ ਬਣਦਾ ਹੈ ਅਤੇ ਰੋਣਾ ਆਉਂਦਾ ਹੈ। ਹੁਣ ਇਹ ਗੱਲ ਵੱਖਰੀ ਹੈ ਕਿ ਰੋਣ ਕਿਉਂ ਆਉਂਦਾ ਹੈ, ਕਿਹਦੇ ਵਾਸਤੇ, ਕਿਉਂ ਰੋ ਰਹੇ ਹੋ। ਇੱਕ ਪਰਮਾਤਮਾ ਤੋਂ ਵਿਛੜਿਆ ਤਾਂ ਰੋਂਦਾ ਹੈ, ਇੱਕ ਪਰਿਵਾਰ ਤੋਂ ਵਿਛੜਿਆ ਤਾਂ ਰੋਂਦਾ ਹੈ। ਪਰ ਰੋਂਦੇ ਦੋਨੋਂ ਵਿਛੋੜੇ, ਕਿਉਂਕਿ ਰੋਣ ਦਾ ਮੂਲ ਕਾਰਨ ਵਿਛੋੜਾ ਹੀ ਹੈ। ਸਾਡੇ ਜੋ ਲੈਵਲ ਨੇ ਅਸੀਂ ਉਸ ਕਰਕੇ ਰੋਂਦੇ ਹਾਂ। ਭਾਈ ਸਾਹਿਬ ਕਹਿੰਦੇ ਹੁੰਦੇ ਸੀ, ਤੁਹਾਡੇ ਰੋਣ ਦੀ ਕੀਮਤ ਹੈ, ਤੁਹਾਡੇ ਰੋਣ ਦਾ ਮੁੱਲ ਹੈ। ਅਤੇ ਕਈ ਵਾਰ ਗੱਲਬਾਤ ਕਰਦੇ ਪੁੱਛਣ ਵੀ ਕਿਸ ਤਰ੍ਹਾਂ ਸਮਝ ਆਏ ਕਿ ਰੋਣ ਦਾ ਮੁੱਲ ਕੀ ਹੁੰਦਾ ਹੈ। ਕਿ ਲੱਗਾ ਕਰ ਤੁਹਾਡੀ ਕੋਈ ਚੀਜ਼ 10 ਰੁਪਏ ਗਵਾਚ ਗਏ, ਇੱਕ ਬੰਦਾ ਰੋ ਰਿਹਾ ਹੈ, ਪੁੱਛਿਆ ਕੀ ਹੈ ਕਿ ਜੀ ਮੇਰਾ 10 ਰੁਪਏ ਗਵਾਚ ਗਏ, ਉਹਦੇ ਰੋਣ ਦੀ ਕੀਮਤ 10 ਰੁਪਏ ਆ। ਦੂਜਾ ਰੋ ਰਿਹਾ, ਤੇਰਾ ਕੀ ਹੋਇਆ ਜੀ, ਮੇਰਾ ਤਾਂ ਲੱਖ ਰੁਪਇਆ ਗਵਾਚਿਆ ਜੀ, ਉਹਦੇ ਰੋਣ ਦੀ ਕੀਮਤ ਲੱਖ ਰੁਪਏ ਹੋ ਗਈ ਹੈ। ਦੂਜਾ ਕੋਈ ਦੱਸਦਾ ਮੇਰਾ ਹੀਰਾ ਗਵਾਚ ਗਿਆ, ਚਾਂਦੀ ਗਵਾਚ ਗਈ, ਸੋਨਾ ਗਵਾਚ ਗਿਆ। ਅੱਛਾ, ਇੱਕ ਹੋਰ ਵੀ ਰੋ ਰਿਹਾ, ਉਹ ਕਿਹਦੇ ਵਾਸਤੇ ਰੋ ਰਿਹਾ, ਉਹ ਕਹਿੰਦਾ ਜੀ ਅਮੁੱਲਕ ਨਾਮ ਨਹੀਂ ਮਿਲ ਰਿਹਾ, ਉਹਦਾ ਰੋਣਾ ਅਮੁੱਲਕ ਹੋ ਗਿਆ। ਇਹਨਾਂ ਦੇ ਰੋਣ ਦਾ ਮੁੱਲ ਪੈ ਗਿਆ 10, 100, 50, ਲੱਖ, 2 ਲੱਖ। ਹੁਣ ਉਹਦੇ ਰੋਣ ਦਾ ਮੁੱਲ ਅਮੁੱਲ ਹੈ, ਕਿਉਂਕਿ ਉਹ ਅਮੁੱਲ ਵਾਸਤੇ ਰੋ ਰਿਹਾ। ਰੋਣਾ ਵਿਛੋੜੇ ਕਰਕੇ ਹੈ, ਪਰ ਰੋਣ ਦੀ ਕੀਮਤ ਅਲੱਗ-ਅਲੱਗ ਹੈ। ਬਹੁਤੇ ਸੰਸਾਰ ਦੇ ਮਹਾਰਾਜ ਦੱਸਦੇ ਨੇ ਰੋਵੈ। ਹੁਣ ਕਿਉਂਕਿ ਅਸੀਂ ਸੰਸਾਰ ਵਿੱਚ ਹਾਂ, ਪਰ ਇੱਕ ਬੇਨਤੀ ਜ਼ਰੂਰ ਕਰਦੇ ਹਾਂ, ਅਧਿਆਤਮ ਅਤੇ ਪਰਮਾਰਥ ਦੀਆਂ ਵਿਆਖਿਆਵਾਂ ਨਹੀਂ ਹੁੰਦੀਆਂ। ਅਧਿਆਤਮਕ ਮੰਡਲ ਦੀਆਂ ਥੋੜ੍ਹੀਆਂ ਬਹੁਤੀਆਂ ਫਿਰ ਵੀ ਵਿਆਖਿਆਵਾਂ ਕਰ ਲਈਦੀਆਂ ਨੇ, ਕਿਉਂਕਿ ਅਧਿਆਤਮੀ ਹਾਂ ਅਤੇ ਅਧਿਆਤਮ ਦੇ ਥੋੜ੍ਹੇ ਬਹੁਤੇ ਤਜਰਬੇ ਹਾਸਲ ਹੋ ਜਾਂਦੇ ਨੇ। ਪਰ ਪਰਮਾਰਥੀ ਹਾਂ ਨਹੀਂ, ਪਰ ਪਰਮਾਰਥ ਜੋ ਤਜਰਬੇ ਹੁੰਦੇ ਨਾ, ਫਿਰ ਦੱਸੇ ਨਹੀਂ ਜਾਂਦੇ, ਉਹਦੇ ਮਾਣੇ ਜਾਂਦੇ ਨੇ। ਉਹਨਾਂ ਦੇ ਬਾਬਤ ਕਹਿੰਦੇ ਕਹੋ ਕਬੀਰ ਗੂੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀਏ, ਉਹ ਪਰਮਾਰਥੀ ਆਨੰਦ ਹੁੰਦੇ ਨੇ। ਹੁਣ ਕਿਉਂਕਿ ਦੁਨਿਆਵੀ ਵਿਆਖਿਆਵਾਂ ਅਸੀਂ ਕਰ ਸਕਦੇ ਹਾਂ। ਦੁਨਿਆਵੀ ਰੋਣਾ ਕੀ ਹੈ, ਰੋਵੈ। ਇਹ ਕਿਉਂ ਰੋ ਰਹੇ ਭਾਈ, ਮਾਇਆ ਮੁੱਠੜੀ। ਇਹ ਦੁਨੀਆ ਕਿਉਂ ਰੋ ਰਹੀ ਹੈ, ਦੁਨੀਆ ਮਾਇਆ ਦੇ ਕਰਕੇ। ਮਾਇਆ ਮੁੱਠੜੀ, ਮਾਇਆ ਨੇ ਠੱਗਿਆ, ਮਾਇਆ ਨੇ ਮੱਤ ਮਾਰੀ ਲੋਕਾਂ ਦੀ, ਲੋਕ ਰੋ ਰਹੇ ਨੇ। ਰੋਵੈ ਮਾਇਆ ਮੁੱਠੜੀ। ਇਹ ਲੋਕਾਈ ਕਿਉਂ ਰੋ ਰਹੀ ਹੈ, ਕੋਈ ਕਿਉਂਕਿ ਪਿੱਛੇ ਇੱਕ ਦਰਸ਼ਨ ਸੀਗਾ, ਪਿਛਲੇ ਸ਼ਬਦਾਂ 'ਚ ਆਪਾਂ ਪੜ੍ਹਦੇ ਆ ਰਹੇ ਹਾਂ ਕਿ ਪਰਿਵਾਰ ਦਾ ਦਰਸ਼ਨ ਸੀ। ਕਿਸੇ ਘਰ 'ਚ ਘਰ ਵਾਲਾ ਮਰ ਗਿਆ ਅਤੇ ਬੀਬੀ ਰੋ ਰਹੀ ਹੈ, ਪਿੱਛੇ ਚਿੱਕੇ ਜਾਨੀ ਜਲਮਲ ਨਵਾਲਿਆ ਕੱਪੜ ਪਾਟਾਂ ਬਾਰੋ। ਹੁਣ ਉਹ ਕਿਉਂ ਰੋ ਰਹੀ ਹੈ, ਉਹ ਕੇਵਲ ਇੱਕ ਨਹੀਂ ਹੈ, ਸਾਰੀ ਲੋਕਾਈ ਦਾ ਪ੍ਰਤੀਕ ਹੈ, ਪ੍ਰਤੀਬਿੰਬ ਹੈ। ਸਾਰੀ ਲੋਕਾਈ ਦਾ ਪ੍ਰਤੀਨਿਧਿਤਵ ਕਰਦਾ ਇੱਕ ਇੱਕ ਜੀ ਸਾਡੇ 'ਚੋਂ। ਇਹ ਕਿਉਂ ਰੋ ਰਹੀ ਹੈ, ਇਹ ਲੋਕਾਈ ਕਿਉਂ ਰੋ ਰਹੀ ਹੈ, ਮਾਇਆ ਕਰਕੇ ਰੋ ਰਹੀ ਹੈ। ਮਾਇਆ ਮੁੱਠੜੀ, ਇਹਦੀ ਮਤ ਬੁੱਧ ਮਨ ਨੂੰ ਮਾਇਆ ਨੇ ਠੱਗ ਲਿਆ ਹੈ, ਮਾਇਆ ਨੇ ਮੋਹ ਲਿਆ ਹੈ। ਇਸ ਨੂੰ ਮਾਇਆ ਤੋਂ ਅਗਲੀਆਂ ਗੱਲਾਂ ਦੀ ਸਮਝ ਨਹੀਂ ਆ ਰਹੀ। ਰੋਵੈ ਮਾਇਆ ਮੁੱਠੜੀ। ਮਾਇਆ ਵਿੱਚ ਕੀ ਹੁੰਦਾ ਹੈ, ਕਹਿਣ ਲੱਗੇ ਧੰਦੜਾ ਰੋਵੈ। ਇਹ ਧੰਦਿਆਂ ਨੂੰ ਰੋਂਦੀ ਪਈ ਹੈ। ਇਹ ਦੁਨੀਆ ਕਿਉਂ ਰੋਂਦੀ ਕਿ ਸਾਡੇ ਤੁਹਾਡੇ ਲਈ ਰੋਣਾ ਕਿਸੇ ਨਹੀਂ, ਸਾਡੇ ਕੰਮਾਂ ਨੂੰ ਰੋਣਾ ਹੈ। ਲੋਕ ਕਹਿੰਦੇ ਨਾ ਕਿਸ ਦਾ ਚੰਮ ਨਹੀਂ ਮਿੱਠਾ ਹੁੰਦਾ, ਕੰਮ ਮਿੱਠਾ ਹੁੰਦਾ ਹੈ। ਅੱਜ ਵੀ ਲੋਕ ਵਿਛੜਦੇ ਨੇ ਅਤੇ ਤੁਸੀਂ ਕਿਸ ਬੰਦੇ ਨੂੰ ਰੋਂਦੇ ਹੋ, ਨਹੀਂ ਹਾਏ ਕੰਮ ਬੜਾ ਕਰਦਾ ਸੀ, ਕਾਮਾਂ ਬੜਾ ਤਕੜਾ ਸੀ, ਘਰ ਸੰਭਾਲਿਆ ਸੀ। ਰੋਣਾ ਇਸ ਗੱਲ ਦਾ ਕਿ ਹੁਣ ਘਰ ਕੌਣ ਸੰਭਾਲੇਗਾ, ਰੋਣਾ ਤਾਂ ਇਸ ਗੱਲ ਦਾ ਕਿ ਹੁਣ ਕਮਾਏਗਾ ਕੌਣ। ਬੰਦੇ ਨੂੰ ਕੋਈ ਨਹੀਂ ਰੋਂਦਾ, ਕੋਈ ਬਿਰਲਾ ਹੋਵੇਗਾ ਜੋ ਬੰਦੇ ਨੂੰ ਰੋਂਦਾ ਹੈ। ਧੰਦੜਾ ਰੋਵੈ। ਅਸੀਂ ਪੜ੍ਹਿਆ 7ਵੇਂ ਪਾਤਸ਼ਾਹ ਸਾਹਿਬ ਦੀ ਗਾਥਾ ਵਿੱਚੋਂ, ਇੱਕ ਮਾਪਿਆਂ ਦਾ ਪੁੱਤਰ ਚਲਾਣਾ ਕਰ ਗਿਆ, ਬੜਾ ਰੋਣ ਪਿੱਟਣ, ਉੱਚੀ ਉੱਚੀ ਹਾਏ ਤੌਬਾ ਮੱਛੀ ਪਈ। ਸ਼ਰੀਕਾਂ ਨੇ ਚੁੱਕਣਾ ਦੇਤੀ, ਲੋਥ ਚੁੱਕ ਲਓ, ਧੰਨ ਗੁਰੂ ਹਰ ਰਾਏ ਸਾਹਿਬ ਆਏ ਨੇ, ਉਹਨਾਂ ਦੇ ਦਰਬਾਰ ਚੱਲੋ। ਕਿਉਂਕਿ ਮੌਕਾ ਲੱਗਦਾ ਸ਼ਰੀਕਾਂ ਨੂੰ, ਅਤੇ ਹਰ ਵਕਤ ਸੱਜੇ ਖੱਬੇ ਦੇ ਲੋਕਾਂ ਨੂੰ ਉਹ ਡੈਡ ਬਾਡੀ ਲੈ ਕੇ ਸਤਿਗੁਰੂ ਹਰ ਰਾਏ ਸਾਹਿਬ ਦਰਬਾਰ 'ਚ ਆ ਗਏ। ਕਰਤਾਰਪੁਰ ਜਲੰਧਰ ਦੇ ਨੇੜੇ ਹੈ, ਉਸ ਕਰਤਾਰਪੁਰ ਦੀ ਘਟਨਾ ਹੈ। ਚੁੱਕ ਕੇ ਲੈ ਆਏ, ਰੋਣਾ ਪਿੱਟਣਾ ਪਾਤਾ ਦਰਬਾਰ 'ਚ ਆ ਕੇ। ਮਹਾਰਾਜ ਨੇ ਬੜਾ ਔਖੇ ਸੁਖੇ ਚੁੱਪ ਕਰਾ, ਬਈ ਚੁੱਪ ਕਰੋ, ਗੱਲ ਤਾਂ ਦੱਸੋ ਕੀ ਹੋਇਆ, ਕੀ ਚਾਹੁੰਦੇ ਹੋ। ਕਹਿਣ ਲੱਗੇ ਜੀ ਸਾਡਾ ਪੁੱਤਰ ਮਰ ਗਿਆ, ਜੀਵਿਤ ਕਰ ਦਿਓ। ਬੜਾ ਕਿਹਾ ਮਹਾਰਾਜ ਨੇ, ਭਾਈ ਜੋ ਇੱਕ ਵਾਰੀ ਸੰਸਾਰ ਛੱਡ ਦਿੰਦਾ ਹੈ, ਸਵਾਸ ਮੁੱਕ ਜਾਂਦੇ ਨੇ, ਸਮਾਂ ਮੁੱਕ ਜਾਂਦਾ, ਹੁਕਮ ਹੈ, ਹੁਕਮੀ ਖੇਡ ਹੈ, ਇਹ 'ਚ ਦੁਬਾਰਾ ਜੀਵਿਤ ਨਹੀਂ ਹੋ ਸਕਦਾ। ਨਾ ਜੀ, ਤੁਸੀਂ ਤੇ ਗੁਰੂ ਹੋ, ਤੁਸੀਂ ਤੇ ਗੁਰੂ ਕਾਹਦੇ ਫਿਰ ਜੇ ਜੀਵਿਤ ਨਹੀਂ ਕਰ ਸਕਦੇ। ਉੱਦਾਂ ਰੋਣ, ਹਾਏ ਮੈਂ ਮਰ ਜਾਂਦੀ, ਮੇਰਾ ਪੁੱਤਰ ਜੀਉਂਦਾ, ਮੈਂ ਮਰ ਜਾਂਦੀ, ਪਿਓ ਰੋਵੇ ਤੇਰੀ ਥਾਂ 'ਤੇ ਮੈਨੂੰ ਮੌਤ ਆ ਜਾਂਦੀ।
महाराज कहने लगे अच्छा फिर ऐसी गल है तो फिर जीवित तो हो जाएगा। पर माँ बड़ा बिलक बिलक रो रही सी, कहने लगे इदा फिर तू मर जा, तेरा पुत्र जीवित कर देने भी। रूहानी मंडल च भी एक खेल है जिन्होंने असीं समझना साडे लई कठिन है कि जिंद दे बदले जिंद हुंदी है। एक जिंद आउंदी ते एक बदले जिंद जांदी। सानू अजे क्योंकि साडा मत बुद्ध बल इतना विशाल नहीं है असीं इस गणत नूं समझ पाईए, पर है तो साडे घर 3-4 बार ऐसे उदाहरण वरते गए ने। महाराज कहने लगे ठीक है भाई, तू बहुत परेशान है ना, तू बहुत दुखी है, तू मर जा ते तेरे पुत्र नूं जीवित कर देने आ, जीवित हो जाएगा। ले मैं मर गई तो पुत्त नूं मैं की करना है? मेरे नाल पुत्त है, मेरा पुत्त है, मेरे नाल पुत्त है। अच्छा पिता बड़ा तड़प रहा सी, मौत मैनू आ जाती। महाराज कहते कोई गल नहीं, मौत तो आई हुई है, एक नूं ते झलनी ही पैनी। याद रखना ये चीरी पाटी हुई है, एक नूं ते झलनी पैनी, एक सिर ते देना पैना। पिता नूं कहा तू दे सिर अपना, पुत्र जीवित हो जाएगा तेरा। पर कित्थे, मैं हाँ तो पुत्र है, मैं ना रहा तो पुत्र रवे ना रवे, सारा खानदान ना होवे, मैनू की फर्क पैंदा है। मुकर गया, माँ भी मुकर गई, प्यो भी मुकर गया। एक बचन से पढ़ा, को मरै ना मोया नाले, मरिया होया दे नाल कोई मरदा नहीं, धंधे नूं रोंदे ने, अपने स्वार्थ नूं रोंदे ने। अज कल लगे रोवै माया मुठड़ी धंधड़ा रोवै, धंधियां नूं रोंदे ने। पुत्र वड्डा होएगा, कमाएगा, खुआएगा तां रोंदे ने। वो गल वक्खरी एक इतिहास अपने पढ़िया होवे, जदों दोनों मुकर गए तो महाराज कहने लगे भाई बचन तो हो गए, तो बचन सत्य होना। उस वक्त महाराज जी की चौर की सेवा कर रहे सन भाई जीवन जी, भाई गौरे का भरा। भाई जीवन जी सेवा कर सन चौर की, तो जिवें असीं चौर चौंकी ते कोल रखते हाँ, उसने महाराज जी कोल चौंकी ते चौर रखिया, महाराज जी कोल मत्था टेकिया, अंदर हिरदे च अरदास की। महाराज आप दा बचन संगत विच होया है, सत है, एक सिर देना पेगा, तो ये आई हुई मौत मैं अपने ते झलदा, मेरा सिर ये बदले चला दिओ तो पुत्र जीवित कर दिओ। भाई जीवन जी ने शरीर छड्डिया तो पुत्र जीवित हो गया। ये रहस खेड सानू बड़ी देर बाद किते ताई एक परमार्थ दी गल्लां समझ ही नहीं आउंदियां। पहली गल तो जे थोड़ी थोड़ी समझ आ जाण तो समझाइए किनू, एक्सप्लेन करिए कि इहदे कोल अगे कोई समझण वाला नहीं हुंदा। पहली गल तो समझ नहीं आदियाँ, जे समझ आ जाण तो समझाओगे किनू, अगे समझ वाला भी तुहाडा लैवल चाहिए ना। इसे करके संत चुप कर जाते हैं। शान जिन हर पाया तिन छुपा, वो लुका के नहीं रखना चाहते, पर अगे कोई उस लैवल नूं पकड़न वास्ते तैयार तो होवे। इसका किसी का लैवल ही नहीं। लैवल साडा धंधियां वाला है, रोंदे असीं धंधियां लई हैं, गल्लां असीं आत्म परमात्मा दियां करदे हां। इसे करके साडा तालमेल नहीं बैठ पाता, गल्लां रह जांदियां ने, पल्ले फिर धंधा रह जाता है। महाराज कहने लगे धंधड़ा रोवै, रोवै माया मुठड़ी धंधड़ा रोवै, धंधड़ा रोवण हारे वा। भैया धंधड़े करके रोंदे ने। फिर कहने लगे धंधा रोवै, जिन्ने लोग धंधे दे करके रोंदे ने, पर चेता रखना मैल ना धोवै। जिहड़ा बंदा अदे अपने धंधे दे भाव कार विहार दे, अपने जरूरत दे, अपने स्वार्थ करके रो रहा है, वो कदे भी अपने हिरदे नूं निर्मल नहीं कर पाएगा। असीं तुसीं संसार दी जिन्नियां चिंतावां करदे हैं, जो कुछ भी करदे हैं, धंधियां दियां करदे हैं, कार विहारां दी करदे हैं, इन्हां दे नाल हिरदा निर्मल नहीं हो पाएगा। असीं अरदासां भी धंधियां दियां करदे हैं, जाप भी धंधियां लई करदे हैं, नतीजन साडे हिरदे ताइयों ते निर्मल नहीं होंदे। असीं जाप बहुत करदे हैं, पाठ बहुत करदे हैं, सियाणे मनदे ने कि एक वार दा कीता होया पाठ बहुत हुंदा है, पर असीं ते सैकड़े वार करदे हैं, फिर भी नहीं कुछ बनदा, क्यों किसी धंधियां लई करदे हैं। असीं पदार्थां लई करदे हैं, पदार्थ मिलदे ने। हिरदे दी शुद्धता वास्ते किन्ने को आपां पाठ कीते ने, आपां अपने आप नूं देख लईए। असां कितने को जाप इस करके कीते ने कि हिरदे दी शुद्धता होवे, मर्यादा पूरी करने वास्ते असीं कीते ने। देखो जी, उन्हें कहा सी 5 पाठ कराया करो, असीं करन लग पे। उन्हें कहा सी नितनेम पूरा कराया करो, असीं करन लग पे। उन्हें कहा सुखमनी का पाठ कराया करो, असीं करन लग पे। बाबा जी ने शब्द दिते, असीं करन लग पे। पर कदे किसी ने इस करके भी किया कि महाराज कृपा करो मेरा हिरदा निर्मल हो जाए,
मेरे अंदर दी ईर्खा, निंदा, चुगली, द्वेष, माड़ियां आदतां मिट जाण मेरियां। ना कोई बाबा इन्हां वास्ते जाप दिंदा ते ना कोई लैंदा। क्योंकि माड़ियां आदतां होणगीਆਂ ਤਾਂ ਹੀ ਤੇ ਬੰਦੇ ਮਾੜੇ ਕੰਮ ਕਰਨਗੇ, ਦੁਖੀ ਹੋਣਗੇ ਤੇ ਡੇਰਿਆਂ ਤੇ ਜਾਣਗੇ। ਇਹ ਤੇ ਕਹਾਣੀ ਵਪਾਰ ਬਣ ਚੁੱਕਾ ਹੈ, ਚਲੀ ਜਾ ਰਿਹਾ। ਗੁਰੂ ਹੈ ਜੋ ਕਹਿੰਦੇ ਨੇ ਭਾਈ ਇੱਥੇ ਆਏ ਤੇ ਹਿਰਦੇ ਨੂੰ ਨਿਰਮਲ ਕਰੋ। ਇੱਥੇ ਅਸੀਂ ਹੋਰ ਕਿਸੇ ਕਰਮ ਧਰਮ ਦੀ ਆਪੂਰਤੀਆਂ ਵਾਸਤੇ ਨਹੀਂ ਬੈਠਦੇ। ਗੁਰੂ ਮਹਾਰਾਜ ਕਹਿੰਦੇ ਨੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਇਹ ਬਚਨ ਸਾਨੂੰ ਕੱਲ੍ਹ ਮਿਲੇ ਸੀ ਮਹਾਰਾਜ ਦੇ। ਭਾਈ ਇੱਥੇ ਜਦੋਂ ਹਿਰਦਾ ਨਿਰਮਲ ਹੋ ਜਾਏਗਾ ਤਾਂ ਸੰਤ ਸੰਗਤ ਪ੍ਰਵੇਸ਼ ਕਰੇਗਾ। ਹਿਰਦਾ ਨਿਰਮਲ ਨਹੀਂ ਤੇ ਮੈਲਾ ਹਿਰਦਾ ਲੈ ਕੇ ਕਿੱਥੇ ਜਾਓਗੇ। ਕਹਿਣ ਲੱਗੇ ਧੰਦਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ। ਤੇ ਹਾਲਤ ਪਤਾ ਕੈਸੀ, ਜਿਉਂ ਬਾਜੀਗਰ ਭਰਮੈ ਭੁੱਲੈ ਝੂਠ ਮੁੱਠੀ ਅਹੰਕਾਰੋ। ਜਿਵੇਂ ਬਾਜੀਗਰ ਆਉਂਦੇ ਨੇ, ਖੇਲ ਤਮਾਸ਼ਾ ਕਰਦੇ ਨੇ, ਉਹ ਆਪਣੇ ਚਰੰਗ 'ਚ ਦੁਨੀਆ ਬਾਜੀਗਰ ਤਮਾਸ਼ਾ ਦੇਖ ਕੇ ਭੁੱਲੀ ਕਿ ਬਾਜੀਗਰ ਬੜਾ ਵਧੀਆ, ਬਾਜੀ ਬੜੀ ਵਧੀਆ। ਪਤਾ ਨਹੀਂ ਭਾਈ ਤੇ ਸਭ ਝੂਠ ਹੈ। ਇਹਨੇ ਖਲਾਰਾ ਖਲਾਰ ਆਪਣਾ ਡੱਬੇ 'ਚੋਂ ਕੱਢ ਕੇ ਖਿਲਾ ਰਿਹਾ। ਥੋੜ੍ਹੇ ਦੇਰ ਬਾਅਦ ਇਹਨੇ ਸਮੇਟ ਕੇ ਤੁਰ ਪੈਣਾ ਹੈ। ਨਿਆਣੇ ਵਿਚਾਰੇ 'ਚ ਤਾਲੀਆਂ ਵਜਾਈ ਜਾਂਦੇ ਨੇ ਕਿ ਤਮਾਸ਼ਾ ਬੜਾ ਵਧੀਆ, ਤਮਾਸ਼ਾ ਬੜਾ ਵਧੀਆ। ਅਸੀਂ ਇੰਨੇ 'ਚ ਹੀ ਬੜੇ ਖੁਸ਼ ਹਾਂ। ਦੁਨੀਆ ਦੇ ਰੰਗ ਤਮਾਸ਼ੇ ਬਹੁਤ ਵੱਡੇ ਨੇ। ਸੰਸਾਰ ਇੱਥੇ ਉਲਝਿਆ ਪਿਆ ਹੈ, ਇਸ ਮਾਇਆ ਦੇ ਖੇਲ ਤਮਾਸ਼ੇ 'ਚ ਉਲਝ ਕੇ ਰਹਿ ਕੇ। ਮਹਾਰਾਜ ਕਹਿੰਦੇ ਚੇਤਾ ਰੱਖਣਾ, ਧੰਦਿਆਂ ਤੋਂ ਅੱਗੇ ਆਓ, ਮਹਾਰਾਜ ਦੇ ਸੱਤ ਸਰੂਪ ਨੂੰ ਸਵੀਕਾਰ ਕਰ ਲਓ, ਸਮਝ ਰੱਖੋ, ਤੇ ਫਿਰ ਪਤਾ ਲੱਗਦਾ ਹੈ ਆਪੇ ਮਾਰਗ ਪਾਵਨ ਹਾਰਾ। ਅਸੀਂ ਤੁਸੀਂ ਆਪਣੇ ਆਪ ਰਾਹ ਵੀ ਨਹੀਂ ਪ੍ਰਾਪਤ ਕਰ ਸਕਦੇ। ਸਾਡੀ ਹੈਸੀਅਤ ਹੀ ਕੁਝ ਨਹੀਂ। ਸਾਡੇ 'ਤੇ ਹੈਸੀਅਤ ਕਾਠ ਕੀ ਪੁਤਲੀ ਜਿਤਨੀ ਹੈ। ਜਿਵੇਂ ਕਠਪੁਤਲੀ ਨੂੰ ਭਾਵੇਂ ਮੰਗਤਿਆਂ ਦੇ ਕੱਪੜੇ ਪਾ ਦੇ ਤੇ ਕਠਪੁਤਲੀ ਨੂੰ ਭਾਵੇਂ ਰਾਜੇ ਦਾ ਕੱਪੜਾ ਪਾ ਦੇ, ਕਠਪੁਤਲੀ ਤੇ ਲੱਕੜ ਤਾਂ ਨਿੱਕਾ ਜਿਹਾ ਟੋਟਾ ਹੀ ਹੈ ਨਾ। ਕਾਠ ਕੀ ਪੁਤਰੀ ਕਹਾਂ ਕਰੇ ਬਪੁਰੀ ਖਿਲਾਵਨ ਹਾਰੋ ਜਾਣੇ। ਕਹਿਣ ਲੱਗੇ ਅਰਦਾਸ ਕਰੇ ਕਰੀ, ਵਿਸ਼ਵਾਸ ਕਰੀਏ ਕਰਤਾ ਪੁਰਖ ਆਪ ਹੀ ਸਭ ਕੁਝ ਕਰਦੇ ਨੇ। ਆਪੇ ਮਾਰਗ ਪਾਵਨ ਹਾਰਾ, ਆਪੇ ਕਰਮ ਕਮਾਏ। ਉਹ ਆਪ ਹੀ ਸਾਡੇ ਤੁਹਾਡੇ ਵਿੱਚ ਵਰਤ ਕੇ, ਵਡੇਰੇ ਗੁਰਮੁਖਾਂ 'ਚ ਵਰਤ ਕੇ ਸਭ 'ਚ ਕੰਮ ਕਰਦੇ ਨੇ। ਸਾਰੇ ਦਾ ਰਸ ਲੈਂਦੇ ਨੇ। ਸਾਰਾ ਖੇਲ ਆਪ ਖੇਲ ਰਹੇ, ਰਚਨਾ ਆਪ ਦੀ ਹੈ। ਕਿਉਂਕਿ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ। ਦੁਈ ਕੁਦਰਤ ਸਾਜੀ ਕਰ ਆਸਨ ਡਿਠੋ ਚਾਓ, ਦਾਤਾ ਪਿਤ ਆਪ ਨੂੰ ਕਰ ਵੇਖੇ ਕਰੇ ਪਸਾਓ। ਕਹਿਣ ਲੱਗੇ ਜਿਹੜੇ ਨਾਮ ਰਤੇ ਗੁਰਪੂਰੇ ਰਾਖੇ। ਬਸ ਕਰਮ ਸਾਰ ਕੋ ਆਪ ਕਰੇ, ਖੇਲ ਆਪ ਕਰੇ। ਅਸਾਂ ਕੀ ਕਰਨਾ ਹੈ? ਸੱਚੇ ਪਾਤਸ਼ਾਹ ਤੇਰਾ ਨਾਮ ਹੈ, ਤੇਰੇ ਨਾਮ ਦੇ ਸਦਕੇ ਜੋ ਕੁਝ ਵੀ ਹੋ ਰਿਹਾ ਹੈ, ਜੋ ਕੁਝ ਤੁਸੀਂ ਕਰਵਾ ਰਹੇ ਹੋ, ਤੇਰੇ ਨਾਮ ਦੇ ਸਦਕੇ। ਬਸ ਨਾਨਕ ਸਹਿਜ ਸੁਭਾਏ। ਮਹਾਰਾਜ ਕਹਿਣ ਲੱਗੇ ਸਹਿਜ ਸੁਭਾਵਕ ਜ਼ਿੰਦਗੀ ਦਾ ਮੇਲਾ ਪਾਰ ਕਰ ਜਾਂਦੇ ਨੇ। ਗੁਰਦੇਵ ਕਿਰਪਾ ਕਰਨ ਅਸੀਂ ਸਮਝ ਰੱਖ ਸਕੀਏ। ਆਓ ਯਤਨ ਕਰੀਏ, ਅਰਦਾਸਾਂ ਕਰੀਏ। ਸ਼੍ਰੀ ਸਹਿਜ ਪਾਠ ਜੋ ਹਰ ਸੰਗਰਾਂਦ ਦੇ ਸੰਗਰਾਂਦ ਆਰੰਭ ਹੁੰਦੇ ਨੇ ਅਤੇ ਮਹੀਨਾਵਾਰੀ ਜਾਪ ਸੰਗਤੀ ਤੌਰ 'ਤੇ ਦਰਬਾਰ 'ਚ ਨਿਤਾ ਪ੍ਰਤੀ ਹੁੰਦੇ ਨੇ। ਕਿਉਂਕਿ ਅੱਜ ਮਸਾਂਦ ਹੈ, ਪੁਰਾਣਾ ਸ਼ਬਦ ਹੈ ਮਸਾਂਦ। ਮਸਾਂਦ ਦਾ ਮਤਲਬ ਹੁੰਦਾ ਮਾਸ ਅੰਤ, ਮਹੀਨੇ ਦਾ ਆਖਰੀ ਦਿਨ। ਅੱਜ ਇੱਕ ਮਹੀਨੇ ਦਾ ਆਖਰੀ ਦਿਨ ਹੈ, ਕੱਲ੍ਹ ਦੂਸਰਾ ਮਹੀਨਾ ਆਰੰਭ ਹੋਣਾ ਹੈ। ਅਤੇ ਜੋ ਪਿਛਲਾ ਮਹੀਨਾ ਰਲ ਕੇ ਸੰਗਤ ਨੇ ਜਾਪ ਕੀਤਾ, ਭਾਵੇਂ ਤਾਂ ਕੀਤਾ ਇਕੱਲੇ ਵਿਅਕਤੀ ਨੇ, ਪਰ ਚੂੰਕਿ ਸੰਗਤੀ ਤੌਰ 'ਤੇ ਹੋਇਆ, ਇਸ ਕਰਕੇ ਆਓ ਸੰਗਤੀ ਤੌਰ 'ਤੇ ਉਹਨਾਂ ਦੇ ਅਸੀਂ ਸੰਗਤ ਵਿੱਚ ਸ਼ਲੋਕ ਮਹਿਲਾ 9ਵਾਂ ਕਾ ਜਾਪ ਕਰਕੇ ਸਹਿਜ ਪਾਠ ਦੀ ਸਮਾਪਤੀ ਕਰੀਏ। ਭਾਈ ਜਿਹੜਾ ਆਪਣੇ ਆਪਣੇ ਖੁਸ਼ੀਆਂ ਅਤੇ ਗਮੀਆਂ ਦੇ ਹੋਰ ਜੋ ਸਾਡੇ ਕਾਰ ਵਿਹਾਰ ਨੇ, ਉਹਨਾਂ ਵਾਸਤੇ ਇਹ ਸੇਵਾਵਾਂ ਆਪ ਲੈਂਦੇ ਰਹੋ, ਤਾਂ ਕਿ ਸਮੇਂ ਸਮੇਂ ਹਰ ਮਹੀਨੇ ਕਿਸੇ ਨਾ ਕਿਸੇ ਪਿਆਰੇ ਪਰਿਵਾਰ ਵੱਲੋਂ ਇਹ ਸੇਵਾਵਾਂ ਹੁੰਦੀਆਂ ਰਹਿਣ। ਅੱਜ ਦੇ ਇਸ ਪਾਠ ਸਾਹਿਬ ਦੀ ਸੇਵਾ ਸਰ ਇੰਦਰਜੀਤ ਸਿੰਘ ਜੀ ਮਿਨਹਾਸ ਕੇ ਪਰਿਵਾਰ ਵੱਲੋਂ ਹੋਈ ਹੈ। ਫਿਰ ਇਸੇ ਤਰ੍ਹਾਂ ਪਾਠ ਆਰੰਭ ਹੋਣੇ ਨੇ, ਹਰ ਮਹੀਨੇ ਹੋਣੇ ਨੇ। ਹਰ ਮਹੀਨੇ ਆਪਾਂ ਜਾਪ ਕਰਦੇ ਰਹੀ ਆਓ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਜੀ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ। ਇਕ ਓੰਕਾਰ ਸਤਿ ਗੁਰ ਪ੍ਰਸਾਦ। ਸ਼ਲੋਕ ਮਹਿਲਾ 9ਵਾਂ।
गुण गोबिंद गायो नहीं जन्म अकारथ कीन। कहो नानक हर भज मना जिह बिद जल कौ मीना। बिखियन स्यों काहे रचियो निमख न होहे उदास। कहो नानक भज हर मना पर न जम की फास। तर नापो इउं ही गयो लियो जरा तन जीत। कहो नानक भज हर मना औद जात है बीत। बिरद भयो सूझै नहीं काल पहुँचियो आन। कहो नानक नर बावरे क्यों न भजै भगवान। धन दारा संपत सगल जिन अपनी करमान। इनमें कछ संगी नहीं नानक साची जान। पतित उदाहरण पै हरन हर अनाथ के नाथ। कहो नानक तिह जानिए सदा बस्त तुम साथ। तन धन जिह तो कौ दियो ता स्यों नेह न कीना। कहो नानक नर बावरे अब क्यों डोलत दीना। तन धन संपै सुख दियो अर जिह नीके धाम। कहो नानक सुन रे मना सिमरत काहे न राम। सब सुख दाता राम है दूसर नाहि न कोय। कहो नानक सुन रे मना ते सिमरत गत होए। जे सिमरत गत पाईऐ ते पज रेतै मीत। कहो नानक सुन रे मना औद घटत है नीत। पांच तत् को तन रचियो जानो चतुर सुजान। जेह ते उपजियो नानका लीन ताहि मैं मान। घट घट में हर जू बसै संतन कहो पुकार। कहो नानक ते भज मना भव निधि उतरहि पार। सुख दुख जे परसै नहीं लोभ मोह अभिमान। कहो नानक सुन रे मना सो मूरत भगवान। उस्तत निंदिया नाहि जेह कंचन लोह समान। कहो नानक सुन रे मना मुक्त ताहि तै जान। हरख सोग जा कै नहीं बैरी मीत समान। कहो नानक सुन रे मना मुक्त ताहि तै जान। पै काहूँ कौ देत नह नह पै मानत आन। कहो नानक सुन रे मना ज्ञानी ताहि बखान। जिह बिखिया सगली तजी लियो भीख बैराग। कहो नानक सुन रे मना तिह नर माथै भाग। जिह माया ममता तजी सब ते भयो उदास। कहो नानक सुन रे मना ते कट ब्रह्म निवास। जे प्राणी हਉ मैं तजी करता राम पिशान। कहो नानक वह मुक्त नर ए मन साची मान। भै नासन दुर्मत हरन कल मैं हर को नाम। निस्दिन जो नानक भजै सफल होहे तिह काम। जिह बागुन गोबिंद भजो करण सुनो हर नाम। कहो नानक सुन रे मना परह न जम कै धाम। जो प्राणी ममता तजै लोभ मोह अहंकार। कहो नानक आपन तरय और न लेत उधार। ज्यों सपना और पीखना ऐसे जग को जान। इनमें कछ साचो नहीं नानक बिन भगवान। निस्तिन माया कारणे प्राणी डोलत नीत। कूटन मैं नानक को नारायण जिह चीत। जैसे जलते बुध बुधा उपजय बिन सैनीत। जग रचना तैसे रची कहो नानक सुन मीत। प्राणी कछु न चेतई मद माया कै अंध। कहो नानक बिन हर भजन परत ताहि जम फंद। जो सुख को चाहें सदा शरण राम की लेह। कहो नानक सुन रे मना दुर्लभ मानुक देह। माया कारण तावही मूर्ख लोग अजान। कहो नानक बिन हर भजन बिरथा जन्म सिरान। जो प्राणी निश्चिन भजै रूप राम तिह जान। हर जन हर अंतर नहीं नानक साची मान। मन माया में फद रहियो बिसरियो गोबिंद नाम। कहो नानक बिन हर भजन जीवन कवने काम। प्राणी राम न चेतई मद माया कै अंध। कहो नानक हर भजन बिन परत ताहे जम फंद। सुख में बहु संगी भय दुख में संग न कोय। कहो नानक हर भज मना अंत सहाई होए। जन्म जन्म भरमत फिरियो मिटियो न जम को त्रास। कहो नानक हर भज मना निरभय पावै बास। जतन बहुत मैं कर रहियो मिटियो न मन को मान। दुर्मत स्यों नानक फदियो राख लेहो भगवान। बाल जवानी और बिरद फुन तीन अवस्था जान। कहो नानक हर भजन बिन बिरथा सब ही मान।
करणो हो तो सुना कियो, पर्यो लोभ कै फंद। नानक समयो रम गयो, अब क्यों रोवत अंध। मन माया मैं रम रह्यो, निकसत नाहि न मीत। नानक मूरत चित्र ज्यों, छाड़त नाहि न भीत। नर चाहत कछु और की और भई, चितवत रहु ठगौर। नानक फांसी गल परी, जतन बहुत सुख के किए। दुख को कियो न कोई, कहो नानक सुन रे मना। हर भावै सो होए, जगत भिखारी फिरत है। सबको दाता राम, कहो नानक मन सिमरत हे। पूरन हो वह काम, झूठा मान कहाँ करै। जग सुपने ज्यो जान, इनमें कछ तेरू नहीं। नानक कहु बखान, गर्भ करत है देह को, बिन सैछन में मीत। जे प्राणी हर जस कह्यो, नानक ते जग जीत। जे कट सिमरन राम को, सो नर मुक्ता जान। तिह नर हर अंतर नहीं, नानक साची मान। एक भगत भगवान, जे प्राणी कै नाहे मन। जैसे शूकर स्वान, नानक मानो ताहे तन। स्वामी को गृह ज्यों सदा, स्वान तज तनि नित। नानक ही बिद हर भजो, एक मन होई एक चित। तीर्थ वर तीर दान कर, मन में धरे गुमान। नानक ने फल जात ते, ज्यों कुंचर स्नान। सिर कंपियो पग डगमगे, नैन जोत ते हीन। कहो नानक ए बिद भाई, तऊ न हर रस लीन। निज कर देखियो जगत में, को काहू को नाही। नानक थिर हर भक्ति है, तिहि राखो मन माही। जग रचना सब झूठ है, जान ले हो रे मीत। कह नानक थिर न रहै, ज्यों बालू की भीत। राम गयो रावण गयो, जाको बहु परिवार। कहो नानक थिर कछ नहीं, सुपने जो संसार। चिंता ताकी कीजिए, जो अनहोनी होए। एह मार्ग संसार को, नानक थिर नहीं कोय। जो उपजो सो बिन सहाय, परो आज कै काल। नानक हर गुण गाए ले, छाड़ सगल जंजाल। दोहरा बल छुटक्यो बंधन परे, कछु न होत उपाय। कहो नानक अब ओट हर, गज ज्यों हो सहाय। बल हुआ बंधन छुटे, सब किछ होत उपाय। नानक सब किछ तुमरे हाथ में, तुम ही होत सहाय। संग सखा सब तज गए, को न निभ्यो साथ। कहो नानक बिपत में, टेक एक रघुनाथ। नाम रह्यो साधु रह्यो, रह्यो गुरु गोबिंद। कहो नानक जगत में, किन जपियो गुरमंत। राम नाम उर मैं गहियो, जाकै सम नहीं कोय। जिह सिमरत संकट मिटै, दर्श तुहारो होय। राम नाम उर मैं गहियो, जाकै सम नहीं कोय। जिह सिमरत संकट मिटै, दर्श तुहारो होए। मुंदावणी महला पंजवा। थाल विच तिन वस्तु पइयो, सत संतोख विचारो। अमृत नाम ठाकुर का पइयो, जिसका सब आधारो। जे को खावै जे को पुंचै, तिसका होय उधारो। एह वस्तु तजी नहीं जाई, नित नित रखुर धारो। तम संसार चरणक तरियै, सब नानक ब्रह्म पसारो। श्लोक महला पंजवा। तेरा कीता जातो नाही, मैनो जोग की तोई। मैं निर्गुण आरे, को गुण नाही। आपे तरस पयोई, तरस पया मेरा मत होई। सतगुर सजन मिलिया, नानक नाम मिलै तां जीवा। तन मन थीवै हरिया, तरस पया मेरा मत होई। सतगुर सजन मिलिया, नानक नाम मिलै तां जीवा। तन मन थीवै हरिया। ओंकार सत गुर प्रसाद। राग माला। राग एक संग पंच बरांगन, संग अलाप आठो नंदन। प्रथम राग पैरों वे करही, पंच रागनी संग उचरही। प्रथम भैरवी बिलावली, पुनिया की गावहि बंगली। पुनस लेखी की पही बारी, ये पैरों की पांचों नारी। पंचम हरक तिसाक सुनावै, बंगाल मद माधव गावै। ललित बिलावल गावही, अपनी अपनी भांत।
अष्टपुत्र भैरव के गावें गायन पात्र, द्वितीय माल कौशिकी आलापै संग रागनी पांचो थापै। गोंड करी और देव गंधारी, गंधारी सिहुति उचारी, तनाश्रिये पांचो गाई, माल राग कौशिक संगलाई। मारु मस्त्यंग मेवारा, प्रबल चंड कौशिक उबारा। खौखटे पौरानंद गाय, अष्टमाल कौशिक संगलाय। पुनियायु हिंडोल पंच नार संग अष्ट सुत, उठे तान कलोल गायन तार मिला वही। तेलंगी तेव करी आई, बसंती संदूर सुहाई। सर सही लय पार जा संगलाई, पांचो आरजा। सुरमानंद भास्कर आए, चंद्र बिंब मंगलन सुहाए। सरसबान ओवाह बिनोदा गावहें, सरस बसंत कमोदा। अष्टपुत्र में कहे सवारी, पुनियाई दीपक की बारी। कछेली पट मंजरी, टोडी कही अलाप। कामोदियो गुजरी, संग दीपक की थाप। कालंका कुंतल और रामा, कमल कुसुम चंपक के नामा। गौरा अवकान रख ले आना, अष्टपुत्र दीपक के जाना। सब मिल श्राक वे गावें, पांचो संग बरंग लावें। बैरारी करनाटी धरी, गौरी गावें आसावरी। ते पाछे सिंधवी अलापी, श्राक से पांचो थापी। सालू सारंग सागर और गुंड गंभीर। अष्टपुत्र श्राक के गुंड कुंभ हमीर। खष्ट मेघराक वे गावे, पांचो संग बरंग लावे। सोठ कुंड मलारी धुनि पुन गावे, आशा गुन गुनी ऊँचे सुरसुह पुन कीनी। मेघ राग में पाँचो चीनी। बहरा तर गए तर की धारा, जबली धरने टे जल धारा। पुन गावे शंकर और श्यामा, मेघ राग पुत्रन की नामा। खष्ट राग उन गाय, संग राग नीतीस। सब है पुत्र रागन की, 18 10 20। खष्ट राग उन गाय, संग राग नीतीस। सब है पुत्र रागन के, 18 10 20। वाहिगुरु जी का खालसा, वाहिगुरु जी की फतेह।